सूबे ਦੀਆਂ प्रमुख सियासी ਤੇ समाजिक खबरों के साढ़े इस खास बुलेटिन पंजाब इस वेले ਦੇ ਵਿੱਚ ਤੁਹਾਡਾ स्वागत है। मैं हाँ जगदीश संधू। बुलेटिन की शुरुआत करते हैं ਹੁਣ तक की सब तो ਵੱਡੀ खबर तो। बिक्रम सिंह मजीठिया श्रोमणी अकाली दल के सीनियर आगू ਨੂੰ पंजाब ਤੇ हरियाणा हाईकोर्ट ਵੱਲੋਂ ड्रग केस मामले ਦੇ ਵਿੱਚ अगाऊ जमानत दे दी गई है। बिक्रम सिंह मजीठिया ਵੱਲੋਂ इस मामले ਨੂੰ ਲੈ ਕੇ ਇਸ ਤੋਂ ਪਹਿਲਾਂ मोहाली की अदालत ਦੇ ਵਿੱਚ अगाऊ जमानत की अर्जी दर्ज की गई सी, जिस तो मोहाली की अदालत ने इस अर्जी ਨੂੰ रद्द कर दिता सी। उस तो बाद बिक्रम सिंह मजीठिया के वकीलों वालों हाई कोर्ट के विच अगाऊ जमानत की अर्जी पाई गई सी। इस अर्जी के मामले के उपर यह तीसरी सुनवाई सी। तीसरी सुनवाई के विच अदालत वालों मजीठिया ਨੂੰ अगाऊ जमानत दे दी गई है। इस तो पहला दूजी सुनवाई के विच अदालत वालों पंजाब सरकार तो नूं नोटिस जारी किया गया सी ते इस मामले ਨੂੰ ਲੈ ਕੇ हाई कोर्ट के विच मजीठिया की ਇਹ तीसरी सुनवाई सी। सो तीसरी सुनवाई के उपर विक्रम सिंह मजीठिया ਨੂੰ ਇਹ राहत मिली है। इस मामले ते इस तो पहला भी काफ़ी सियासत होंदी रही है। आम आदमी पार्टी होवे चाहे वो श्रोमणी अकाली दल होवे, इस मामले ਨੂੰ ਲੈ ਕੇ सियासी बयान लगातार जारी होंदे रहे ने। आम आदमी पार्टी वालों इल्ज़ाम लगाए जाते सन कि बिक्रम सिंह मजीठिया के खिलाफ ये मामला दर्ज किया गया पर सरकार वालों जानबूझ के गिरफ्तारी नहीं की जा रही। दूजे पासे श्रोमणी अकाली दल वालों सियासी बदलाखोरी के नीति के तहत ये FIR दर्ज करने के इल्ज़ाम सरकार के उपर लगाए जाते रहे ने ते हुण इस मामले दे विच पंजाब ते हरियाणा हाई कोर्ट वालों वड्डा फैसला आया। मजीठिया ਨੂੰ इस मामले दे विच राहत दे दी गई है। अगाऊ जमानत की अर्जी मंजूर कर ली गई है। सो हुण इस मामले ਨੂੰ ਲੈ ਕੇ परसों 11 बजे विक्रम सिंह मजीठिया ਜਾਂਚ ਦੇ ਵਿੱਚ सहयोग ਹੋਣ ਦੇਣਗੇ। ਜਾਂਚ ਟੀਮ ਦੇ ਅੱਗੇ ਪੇਸ਼ ਹੋ ਸਕਦੇ ਨੇ ਵਿਕਰਮ ਸਿੰਘ ਮਜੀਠੀਆ ਤੇ 18 ਤਰੀਕ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਰੱਖੀ ਗਈ ਹੈ। ਤੇ ਉਧਰ ਕਿਸਾਨ ਜਥੇਬੰਦੀ BKU ਏਕਤਾ ਉਗਰਾਹਾਂ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਇੱਕ ਅਹਿਮ ਐਲਾਨ ਕੀਤਾ ਗਿਆ। BKU ਉਗਰਾਹਾਂ ਦੇ किसान आगू जोगिंदर सिंह उगराहां वालों इस प्रैस कानफ्रेंस ਨੂੰ संबोधन करते हुए कहा गया कि ਉਹ इस मामले ਦੇ ਵਿੱਚ पंजाब विधान सभा ਦੀਆਂ ਚੋਣਾਂ 2022 ਤੋਂ दूर ਰਹਿਣਗੇ ਅਤੇ सियासी तौर ਤੇ किसानां ਦੀ जो पार्टी बनाई गई है संयुक्त समाज मोर्चा, ਉਸ ਦਾ हिस्सा भी ਉਹਨਾਂ ਦੀ पार्टी नहीं रहेगी। उगराहां ने इस मामले ਤੇ ਬੋਲਦਾ ਕਿਹਾ कि ਚੋਣਾਂ ਦੇ ਵਿੱਚ ਰਹਿ ਕੇ ਜਾਂ ਸਿਆਸੀ ਤੌਰ ਤੇ ਐਕਟਿਵ ਹੋ ਕੇ ਕਿਸਾਨ ਜਥੇਬੰਦੀ ਆਪਣੀਆਂ ਜੋ ਉਹਨਾਂ ਦੇ ਨਿਸ਼ਾਨੇ ਨੇ ਉਹਨਾਂ ਨੂੰ ਪੂਰੇ ਨਹੀਂ ਕਰ ਸਕਦਾ। ਇਸ ਕਰਕੇ ਉਹ ਵੋਟਾਂ ਤੋਂ ਦੂਰ ਰਹਿਣਗੇ, ਚੋਣਾਂ ਤੋਂ ਦੂਰ ਰਹਿਣਗੇ। ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਉਹਨਾਂ ਦੇ ਸਮਰਥਕ ਅਤੇ ਉਹਨਾਂ ਦੀ ਜਥੇਬੰਦੀ ਦੇ ਮੈਂਬਰ ਆਜ਼ਾਦ ਤੌਰ ਤੇ ਕਿਸੇ ਵੀ ਪਾਰਟੀ ਨੂੰ ਆਪਣਾ ਵੋਟ ਦੇ ਸਕਦੇ ਨੇ। ਪਾਰਟੀ ਜਥੇਬੰਦੀ ਦੇ ਮੈਂਬਰਾਂ ਅਤੇ ਜਥੇਬੰਦੀ ਦੇ ਕਾਰਕੁਨਾਂ ਦੀ ਮਰਜ਼ੀ ਹੈ, ਉਹ ਜਿਸ ਵੀ ਸਿਆਸੀ ਪਾਰਟੀ ਨੂੰ ਚਾਹਣ ਵੋਟ ਦੇ ਸਕਦੇ ਨੇ, ਪਰ ਜਥੇਬੰਦੀ ਆਪਣੇ ਤੌਰ ਤੇ ਕਿਸੇ ਵੀ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕਰੇਗੀ। ਅੱਜ ਦੀ ਪ੍ਰੈਸ ਕਾਨਫਰੰਸ ਇੱਕ ਵਿਸ਼ੇਸ਼ ਮੌਕੇ ਤੇ ਵਿਸ਼ੇਸ਼ ਵਿਸ਼ੇ ਤੇ ਹੋ ਰਹੀ ਹੈ। ਸਾਰੇ ਪ੍ਰੈਸ ਵਾਲੇ ਸਾਥੀਆਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਅੱਜ ਦੀ ਪ੍ਰੈਸ ਕਾਨਫਰੰਸ ਸਾਡੀ ਜਥੇਬੰਦੀ ਭਾਰਤੀ ਕਿਸਾਨ ਏਕਤਾ ਉਗਰਾਹਾਂ ਵੱਲੋਂ ਚੋਣਾਂ ਦੇ ਵਿਸ਼ੇ ਤੇ ਹੋ ਰਹੀ ਹੈ ਕਿ ਤੁਸੀਂ ਚੋਣਾਂ ਦੇ ਵਿੱਚ ਹਿੱਸਾ ਕਿਉਂ ਨਹੀਂ ਲੈਂਦੇ। ਬਾਰ-ਬਾਰ ਇਹ ਗੱਲ ਚਰਚਾ 'ਚ ਆਉਂਦੀ ਹੈ। ਅਸੀਂ ਚੋਣਾਂ ਨੂੰ ਕੀ ਸਮਝਦੇ ਹਾਂ, ਇਹਦੇ ਬਾਰੇ ਚੋਣਾਂ ਦੇ ਵਿੱਚ ਅਸੀਂ ਕਿਉਂ ਨਹੀਂ ਹਿੱਸਾ ਲੈਂਦੇ। ਨਾ ਅਸੀਂ ਕਿਸੇ ਦੀ ਵੋਟ ਪਾਉਂਦੇ ਹਾਂ, ਨਾ ਅਸੀਂ ਕਿਸੇ ਦੀ ਸਪੋਰਟ ਕਰਦੇ ਹਾਂ, ਨਾ ਚੋਣਾਂ 'ਚ ਹਿੱਸਾ ਲੈਂਦੇ ਹਾਂ। ਵੋਟਾਂ ਵਾਸਤੇ ਸਾਡੇ ਕੇਡਰ ਨੂੰ ਖੁੱਲ੍ਹੀ ਛੁੱਟੀ ਹੈ, ਜਿਹਨੂੰ ਮਰਜ਼ੀ ਉਹ ਪਾਉਣ, ਜਿਹਨੂੰ ਮਰਜ਼ੀ ਉਹ ਨਾ ਪਾਉਣ। ਇਸ ਕਰਕੇ ਸਾਡੀ ਇਹ ਪੋਜੀਸ਼ਨ ਕਿਉਂ ਹੈ, ਇਸ ਹਾਲਤ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਜਿਹੜਾ ਸਾਡਾ ਦੇਸ਼ ਹੈ ਇਹ ਪੂਰੀ ਤਰ੍ਹਾਂ ਤੇ ਆਰਥਿਕ ਤੌਰ ਤੇ ਗੁਲਾਮ ਹੈ ਦੂਜੇ ਦੇਸ਼ਾਂ ਦਾ। ਜਿਹੜੇ ਵਿਕਸਿਤ ਮੁਲਕ ਨੇ ਉਹਨਾਂ ਦੀਆਂ ਨੀਤੀਆਂ ਸਾਡੇ ਤੇ ਠੋਸੀਆਂ ਜਾਂਦੀਆਂ ਨੇ। ਉਹ ਨੀਤੀਆਂ ਜਦੋਂ ਸਾਡੇ ਤੇ ਲਾਗੂ ਕਰਦੇ ਨੇ ਉਹ ਸਾਡੇ ਕਿਰਤੀਆਂ ਦਾ, ਸਾਡੇ ਆਮ ਲੋਕਾਂ ਦਾ, ਸਧਾਰਨ ਲੋਕਾਂ ਦਾ, ਵੱਡੇ ਤਬਕਿਆਂ ਦਾ ਉਹ ਨੁਕਸਾਨ ਕਰਦੀਆਂ ਨੇ। ਉਹ ਨੀਤੀਆਂ ਬਣਦੀਆਂ ਪਾਰਲੀਮੈਂਟ ਤੋਂ ਬਾਹਰ ਨੇ ਤੇ ਪਾਰਲੀਮੈਂਟ ਦੇ ਹਾਕਮ ਤੇ ਸਾਡੀ ਅਫਸਰਸ਼ਾਹੀ ਉਹਨਾਂ ਨੀਤੀਆਂ ਤੇ ਪਹਿਰੇਦਾਰੀ ਕਰਦੀ ਹੈ। ਜਦੋਂ ਉਹ ਨੀਤੀਆਂ ਸਾਡੇ ਤੇ ਲਾਗੂ ਹੁੰਦੀਆਂ ਨੇ ਉਦੋਂ ਸਾਡਾ ਕਚੁੰਬਰ ਨਿਕਲਦਾ ਤੇ ਕਾਰਪੋਰੇਟਾਂ ਦੇ ਮੁਨਾਫੇ ਵੱਧਦੇ ਨੇ। ਜਿਵੇਂ ਪਿਛਲੇ ਸਮਿਆਂ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਕਾਰਪੋਰੇਟ ਦੇ 3 ਵੱਡੇ ਅਦਾਰੇ ਜਿਹੜਾ ਉਹਨਾਂ ਦੇ ਹਿੱਤ ਪੂਰਨ ਦੀ ਖਾਤਰ ਬਣਾਏ ਹੋਏ ਨੇ, WTO, ਕੌਮਾਂਤਰੀ ਮੁੰਦਰਾ ਕੋਸ਼ ਤੇ ਸੰਸਾਰ ਬੈਂਕ, ਇਹ 3 ਵੱਡੇ ਅਦਾਰੇ ਨੇ
ਜਿਹੜੇ ਨੀਤੀਆਂ ਬਣਾਉਂਦੇ ਨੇ ਸਾਮਰਾਜੀ ਦੇਸ਼ਾਂ ਦੀਆਂ, ਉਹਨਾਂ ਦੇ ਪੱਖ ਦੀਆਂ ਤੇ ਵਿਕਾਸਸ਼ੀਲ ਮੁਲਕਾਂ ਨੂੰ ਲੁੱਟ ਖਸੁੱਟ ਦੇ ਵਾਸਤੇ ਉਹ ਸਾਧਨ ਬਣਦੇ ਨੇ। ਉਹ ਨੀਤੀਆਂ ਕਿਸੇ ਪਾਰਲੀਮੈਂਟ ਦੇ ਵਿੱਚ ਨਹੀਂ ਬਣਾਈਆਂ ਜਾਂਦੀਆਂ। ਸਾਡੇ ਪਾਰਲੀਮੈਂਟ ਦੇ ਹਾਕਮ ਉਹਨਾਂ ਨੀਤੀਆਂ ਤੇ ਦਸਤਖਤ ਕਰਦੇ ਨੇ। ਉਹਨਾਂ ਦਾ ਨਾਂ ਭਾਵੇਂ ਆਰਥਿਕ ਸੁਧਾਰ ਦਿੱਤਾ ਜਾਂਦਾ ਹੈ, ਉਹਨਾਂ ਦਾ ਨਾਂ ਦੇਸ਼ ਦਾ ਵਿਕਾਸ ਬਾਰੇ ਕਿਹਾ ਜਾਂਦਾ ਵੀ ਦੇਸ਼ ਇਹਦੇ ਨਾਲ ਵਿਕਾਸ ਕਰੂਗਾ, ਪਰ ਅਸਲ ਵਿੱਚ ਉਹ ਦੇਸ਼ ਦਾ ਨਾਸ਼ ਹੁੰਦਾ ਹੈ। ਜਿਵੇਂ ਦੇਖਿਆ ਜਾ ਸਕਦਾ ਹੈ, ਜਿਵੇਂ 2013 ਦੀ ਬਾਲੀ ਦੇ ਵਿੱਚ ਇੱਕ ਵੱਡੀ WTO ਦੇ ਦੇਸ਼ਾਂ ਦੀ ਕਾਨਫਰੰਸ ਹੋਈ, ਮੀਟਿੰਗ ਹੋਈ, ਜਿਹਦੇ ਵਿੱਚ ਸੰਸਾਰ ਬੈਂਕ ਨੇ ਸਾਡੇ ਹਾਕਮਾਂ ਨੂੰ ਝਾੜਾਂ ਪਾਈਆਂ ਕਿ ਤੁਸੀਂ ਪਾਣੀ ਤੇ ਸਬਸਿਡੀ ਦੇ ਰਹੇ ਹੋ, ਬਿਜਲੀ ਤੇ ਸਬਸਿਡੀ ਦੇ ਰਹੇ ਹੋ, ਖੇਤੀ ਕਿੱਤੇ ਤੇ ਸਬਸਿਡੀ ਦੇ ਰਹੇ ਹੋ। ਸਬਸਿਡੀਆਂ ਦੇਣਾ ਬੰਦ ਕਰੋ, ਤੁਸੀਂ FCI ਨੂੰ ਰੱਦ ਕਰੋ, ਤੁਸੀਂ ਖੇਤੀ ਦੇ ਅਨਾਜ ਦੇ ਵੱਡੇ ਵੱਡੇ ਭੰਡਾਰ ਜਮ੍ਹਾਂ ਕੀਤੇ ਹੋਏ ਨੇ, ਇਹ ਕੰਮ ਕਰਨਾ ਸਾਰਾ ਬੰਦ ਕਰੋ। ਯਾਨੀ ਇਹਦੇ ਤੇ ਸਾਡੇ ਇੱਕ ਆਰਥਿਕ ਮਾਹਰ ਨੇ ਅਵੇਜੀਤ ਸਿੰਘ ਨੇ ਉਹ ਤੇ ਟਿੱਪਣੀ ਕੀਤੀ ਕਿ ਜੇਕਰ ਤੁਸੀਂ ਆਪਣੇ ਗੋਦਾਮ ਖਾਲੀ ਕਰ ਦੋਗੇ, FCI ਤੇ ਅਨਾਜ ਮੰਡੀਆਂ ਕਾਰਪੋਰੇਟ ਦੇ ਹਵਾਲੇ ਕਰ ਦੋਗੇ, ਤਾਂ ਦੇਸ਼ ਨੂੰ ਵੱਡੇ ਇੱਕ ਸੰਕਟ ਦਾ ਸਾਹਮਣਾ ਤੇ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯਾਨੀ ਉਹਦੀਆਂ ਨੀਤੀਆਂ ਦਾ ਉਹਨਾਂ ਨੇ ਵਿਰੋਧ ਕੀਤਾ, ਪਰ ਸਰਕਾਰ ਨੇ ਉਹਨੂੰ ਨਹੀਂ ਮੰਨਿਆ। ਜਿਹੜੀਆਂ ਨੀਤੀਆਂ ਉਸੇ ਤੇ ਪਹਿਰੇਦਾਰੀ ਕੀਤੀ ਹੈ, ਉਹਦੇ ਵਿੱਚ ਜੇ ਉਦਾਹਰਨਾਂ ਵਜੋਂ ਦੇਖਣਾ ਹੋਵੇ, ਵਿੱਦਿਆ ਦਾ ਨਿੱਜੀਕਰਨ, ਸਿਹਤ ਸੇਵਾਵਾਂ ਦਾ ਨਿੱਜੀਕਰਨ, ਹਵਾਈ ਅੱਡੇ, ਰੇਲ ਗੱਡੀਆਂ, ਕੋਲੇ ਦੀਆਂ ਖਾਣਾਂ ਤੇ ਬਿਜਲੀ ਬੋਰਡ ਦਾ ਜਿਹੜਾ ਪਬਲਿਕ ਸੈਕਟਰ ਹੈ, ਜਿਹੜਾ ਨੋ ਪ੍ਰੋਫਿਟ ਨੋ ਲਾਸ ਵਾਲੇ ਅਦਾਰੇ ਸੀ, ਉਹ ਸਾਰੇ ਦੇ ਸਾਰੇ ਅਦਾਰੇ ਕਾਰਪੋਰੇਟਾਂ ਦੇ ਹਵਾਲੇ ਕਰਕੇ ਉਹਨਾਂ ਨੂੰ ਵੱਡੇ ਮੁਨਾਫੇ ਦੇਣ ਦੀ ਖਾਤਰ ਉਹਨਾਂ ਨੂੰ ਉਹ ਫੈਸਲੇ ਕੀਤੇ ਨੇ। ਉਧਰ ਚੰਡੀਗੜ੍ਹ ਵਿਖੇ ਜੂਝਦਾ ਪੰਜਾਬ ਜਥੇਬੰਦੀ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਤੋਜ਼ ਮਾਨ ਨੇ ਕਿਹਾ ਹੈ ਕਿ ਜਿਸ ਮੰਤਵ ਨੂੰ ਲੈ ਕੇ ਇਸ ਜਥੇਬੰਦੀ ਦੀ ਸ਼ੁਰੂਆਤ ਕੀਤੀ ਗਈ ਸੀ, ਸਾਰੀਆਂ ਸਿਆਸੀ ਪਾਰਟੀਆਂ ਨੇ ਉਸ ਦਾ ਸਮਰਥਨ ਕੀਤਾ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਅਤੇ ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਇਸ ਪਾਰਟੀ ਵੱਲੋਂ ਅਹਿਮ ਨੁਕਤੇ ਸਿਆਸੀ ਪਾਰਟੀਆਂ ਅਤੇ ਦਬਾਅ ਸਮੂਹਾਂ ਦੇ ਨਾਲ ਸਾਂਝੇ ਕੀਤੇ ਗਏ ਸਨ। ਉਹਨਾਂ ਕਿਹਾ ਕਿ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਲਗਾਤਾਰ ਡੂੰਘੇ ਹੋ ਰਹੇ ਪਾਣੀਆਂ ਅਤੇ ਨੌਜਵਾਨੀ ਅਤੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਸਿਆਸੀ ਪਾਰਟੀਆਂ ਦੇ ਨਾਲ ਸੰਪਰਕ ਸਾਧਿਆ ਗਿਆ ਸੀ ਅਤੇ ਉਹਨਾਂ ਦੇ ਏਜੰਡੇ ਦੇ ਨਾਲ ਜ਼ਿਆਦਾਤਰ ਸਿਆਸੀ ਪਾਰਟੀਆਂ ਅਤੇ ਦਬਾਅ ਸਮੂਹਾਂ ਨੇ ਸਮਰਥਨ ਜਤਾਇਆ ਸੀ। ਉਹਨਾਂ ਕਿਹਾ ਕਿ ਉਹਨਾਂ ਦੇ ਸਿਆਸੀ ਏਜੰਡੇ ਦੇ ਪ੍ਰਤੀ ਹਾਂ ਪੱਖੀ ਰਵੱਈਆ ਸਾਰੀਆਂ ਸਿਆਸੀ ਪਾਰਟੀਆਂ ਨੇ ਅਪਣਾਇਆ ਹੈ। ਉਹਨਾਂ ਕਿਹਾ ਕਿ ਜਿੱਤਣ ਤੋਂ ਬਾਅਦ ਜੇਕਰ ਕੋਈ ਸਿਆਸੀ ਪਾਰਟੀ ਏਜੰਡੇ ਨੂੰ ਲਾਗੂ ਨਹੀਂ ਕਰਦੀ ਤਾਂ ਜੂਝਦਾ ਪੰਜਾਬ ਜਥੇਬੰਦੀ ਵੱਲੋਂ ਉਸ ਸਿਆਸੀ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ ਅਤੇ ਦਬਾਅ ਪਾ ਕੇ ਏਜੰਡਾ ਲਾਗੂ ਕਰਨ ਦੀ ਨੀਤੀ ਦੇ ਤਹਿਤ ਕੰਮ ਕੀਤਾ ਜਾਵੇਗਾ। ਮੈਨੂੰ ਲੱਗਦਾ ਜਿਵੇਂ ਪੰਜਾਬ ਅੰਦੋਲਨ ਹੋਇਆ ਹੋਇਆ, ਤੁਸੀਂ ਸਾਰੇ ਦਾ ਖੈਰ ਅੰਦੋਲਨ ਕਰਨ ਵਾਲਿਆਂ ਚੋਂ ਪੰਜਾਬ ਨੂੰ ਵੀ ਅੰਦੋਲਨ ਤੁਸੀਂ ਕੀਤਾ ਹੈ, ਔਰ ਜੇ ਤੁਸੀਂ ਨਾ ਹੁੰਦੇ ਤਾਂ ਮੈਂ ਇੱਕ ਗੱਲ ਗਰੰਟੀ ਨਾਲ ਆਣਾ ਹੈ ਕਿ ਕਿਸਾਨ ਅੰਦੋਲਨ ਜਿੱਤਣ ਚ ਵੀ ਤੇ ਜੋ ਹੁਣ ਇੱਕ ਪੰਜਾਬ ਨੂੰ ਬਦਲਣ ਦੀ ਮੁਹਿੰਮ ਚੱਲੀ ਹੈ, ਸ਼ਾਇਦ ਇਹਦੇ ਚ ਇੰਨੀ ਕਾਮਯਾਬੀ ਇੰਨੀ ਛੇਤੀ ਨਾ ਮਿਲਦੀ ਜਿੰਨੀ ਹੁਣ ਨਜ਼ਰ ਆ ਰਹੀ ਹੈ। ਇਹ ਸਾਰੇ ਤੁਹਾਡਾ ਸਹਿਯੋਗ ਹੈ, ਤੁਸੀਂ ਸਾਹਮਣੇ ਖੜ੍ਹੇ ਹੋ ਇਸ ਲਈ ਨਹੀਂ, ਪਰ ਮੈਨੂੰ ਲੱਗਦਾ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਾ ਚਾਹੀਦਾ। ਤੁਸੀਂ ਇਹਦੇ ਲਈ ਤਾਰੀਫ ਦੇ ਕਾਬਿਲ ਹੋ। ਪਲੀਜ਼ ਜ਼ਰਾ ਆਰਾਮ ਨਾਲ ਆਪਾਂ ਨਾ ਗੱਲਾਂ ਬਾਤਾਂ ਨੂੰ ਥੋੜਾ ਜਿਹਾ ਕੱਟ ਕਰਕੇ ਪਲੀਜ਼। अच्छा, ਤੁਹਾਨੂੰ ਮੇਲ ਬੁਲਾਉਣ ਦੀ ਵਜ੍ਹਾ ਸੀ ਜਿਹੜੀ ਪਹਿਲਾਂ ਮੈਂ ਉਹ ਬਿਆਨ ਕਰ ਦਿਆਂ। ਵੈਸੇ ਇੱਕ ਸੰਤ ਬਾਬਾ ਸੇਵਾ ਸਿੰਘ ਜੀ ਉਹ ਆਉਣ ਵਾਲੇ ਨੇ, ਉਹ ਵਿਚਾਰੇ ਬਿਮਾਰ ਵੀ ਸੀ, ਜਲੰਧਰ ਹਸਪੀਟਲ ਸੀ, ਉੱਥੋਂ ਨਿਕਲ ਚੁੱਕੇ ਨੇ, ਜਦੋਂ ਵੀ ਆਏ ਤਾਂ ਆ ਜਾਣਗੇ। ਬੱਬੂ ਵੀ ਆਉਣ ਦੀ ਵੇ ਹੈ, ਸਾਰੇ ਨੇ। ਜੋ ਮੇਨ ਗੱਲ ਸੀ ਉਹ ਇਹ ਕਹਿਣੀ ਸੀ ਕਿ ਅਸੀਂ ਇੱਕ ਏਜੰਡਾ ਦਿੱਤਾ ਸੀ, ਮਹੀਨਾ ਪਹਿਲਾਂ ਅਸੀਂ ਉਸ ਏਜੰਡੇ ਨੂੰ ਇੱਥੇ ਆ ਕੇ ਤੁਹਾਡੇ ਸਾਹਮਣੇ ਬਾਹਰ ਇੱਥੇ ਲਾਉਣ ਦੇ ਵਿੱਚ ਅਨਾਉਂਸ ਵੀ ਕੀਤਾ ਸੀਗਾ। ਉਸ ਏਜੰਡੇ ਨੂੰ ਤਕਰੀਬਨ ਅਕ੍ਰੋਸ ਦੀ ਪੰਜਾਬ ਜੋ ਪਾਰਟੀਆਂ ਨੇ ਜਾਂ ਪ੍ਰਾਈਵੇਟ ਇੰਡੀਵਿਜੂਅਲਸ ਨੇ ਜਾਂ ਸੰਸਥਾਵਾਂ ਨੇ, ਉਹਨਾਂ ਨੇ ਮੰਨਿਆ, ਉਹਨਾਂ ਨੇ ਐਕਸੈਪਟ ਕੀਤਾ, ਜਾਂ ਤੁਸੀਂ ਕਹਿ ਲਓ ਉਹਨਾਂ ਨੇ ਸਹਿਮਤੀ ਜ਼ਾਹਿਰ ਕੀਤੀ ਹੈ। ਸਭ ਤੋਂ ਪਹਿਲਾਂ ਸੰਯੁਕਤ ਸਮਾਜ ਮੋਰਚਾ, ਜੋ ਕਿਸਾਨਾਂ ਨੇ ਇੱਕ ਪਾਰਟੀ ਦਾ
शेप लिया है 22 जथेबंदियां ने, उन्होंने उसनू हूबहू मन्निया है और नाल ये भी कहा कि असं ये होर भी एडिशन करांगे। लोक अधिकार लहर काफी चिर तो फील्ड च ने, बहुत चिर तो पिंडां दे विच इधर उधर हर जगह ते अवेयरनेस बना रहे हैं, लोगों च पैदा कर रहे हैं कि पंजाब को किवें बचाया जा सकता है। उन्होंने भी पूरे भरपूर तरीके नाल उहदी हमायत की है एजेंडे की। इस तरह नाल बहुत सारिया दलित जथेबंदियां, बहुत सारे व्यापारी जिवें व्यापारी हैं, उद्योग वर्ग है, मिस्टर बाबा होरी उन्होंने भी उन्होंने मन्निया हूबहू जिवें है, बल्कि नाल होर भी कि कुछ चीज़ां असीं अगर होर भी पा सकीए। इत्थे भी आए हुए ने जो इंसाफ मंच पंजाब वालों ते IDP एक पार्टी जो बड़े चिर तो इस काम लिए काम कर रहे हैं कि एजेंडे के उत्ते ही होना चाहिए सारा कुछ। उन्होंने प्रधान साहब भी बैठे हुए हैं इत्थे, उन्होंने भी हमायत दी है। लखा सिंह सुधाना ते उन्होंने पूरा ग्रुप उन्होंने भी स्पेशल किया कि असीं इहदे नाल सहमत हां। और बहुत सारिया कुछ जथेबंदियां ने किसानां च भी ने ते मजदूरां च भी ने, उन्होंने पर्सनली किते मैनू किते धालीवाल साहब नूं किते हमीर जी नूं जां दीपक जी नूं उन्होंने आके कहा कि असीं इस एजेंडे नाल सहमत है। उन्होंने नाम है इसलिए नहीं लै रहा कि पब्लिकली पहले वो भी कह दें कि असीं एजेंडे नाल सहमत है, फिर मैं भी उन्होंने नाम पब्लिकली लै ली, क्योंकि पब्लिकली ना लैन तो भाव की है कि वो साडे नाल सहमत नहीं गए, वो पंजाब नाल सहमत नहीं कि पंजाब नूं किवें बचाया जा सकता है। एजेंडा दे विच है ही आ सारा असीं जे इत्थे बैठे हैं तो पंजाब नूं बचाउण दी गल आ, होर किसी गल दे लई नहीं असीं इत्थे बैठे कि पंजाब नूं किवें बचा सकते हैं। कि नारियां नाल ਜਿਹੜੇ नारे 75 साल तो लगते आ रहे ने कि आ कर देंगे आ कर देंगे और फाइनली वो जुमला बन जाता है। अज पंजाब मैं तुहानूं कहूंगा ICU नहीं, असीं फेल स्टेट के नेड़े आ, जिथे साडा रेवेन्यू टोटल जनरेशन 95,000 करोड़ होवे ते थोड़े ते लोन 4.5 लाख करोड़ का हो गया होवे, ओवरऑल डेफिसिट थोड़ा साल का 75,000 करोड़ का होवे तां असीं बाली दूर नहीं फेल स्टेट होण तो। ਕਿਸਾਨਾਂ ਦੀ ਪਾਰਟੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਬਣਾਈ ਗਈ ਵਿਧਾਨ ਸਭਾ ਚੋਣਾਂ 2022 ਲੜਨ ਦੇ ਲਈ ਜੋ ਪਾਰਟੀ ਬਣਾਈ ਗਈ ਹੈ ਸੰਯੁਕਤ ਸਮਾਜ ਮੋਰਚਾ, ਉਸ ਵੱਲੋਂ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਲਗਾਤਾਰ ਉਮੀਦਵਾਰ ਇਸ ਪਾਰਟੀ ਦੇ ਉਮੀਦਵਾਰ ਬਣਨ ਦੇ ਲਈ ਅਰਜ਼ੀਆਂ ਦੇ ਰਹੇ ਨੇ। ਲੁਧਿਆਣਾ ਵਿਖੇ ਸੰਯੁਕਤ ਸਮਾਜ ਮੋਰਚਾ ਸਿਆਸੀ ਪਾਰਟੀ ਦਾ ਚੋਣ ਦਫ਼ਤਰ ਬਣਾਇਆ ਗਿਆ ਹੈ। ਇਸ ਚੋਣ ਦਫ਼ਤਰ ਦੇ ਵਿੱਚ ਲਗਾਤਾਰ ਉਮੀਦਵਾਰੀ ਦੇ ਲਈ ਅਰਜ਼ੀਆਂ ਆ ਰਹੀਆਂ ਨੇ। पार्टी आगू मुकेश चंद्र शर्मा ने इस बाबत जानकारी दी है। देखो सब तो पहला तो देखो जिहड़ा कोई आ रहा है संयुक्त समाज मोर्चे की सपोर्ट पे, पर जिहड़े संयुक्त समाज मोर्चे ने 117 कैंडीडेट देने आ वो बिल्कुल साफ सुथरे अक्स वाले देवांगे, उहदा पिछोकड़ देखा जाऊगा। जे अज कोई बंदा अपनी रवायती पार्टी छड्ड के आ रहा तो इहदा मतलब यह भी कोई ना कोई मेन वजह होगी। इस करके साडी तां कोशिश ये हुई है भी असीं पहल के आधार पर ਜਿਹੜੀਆਂ 117 ਸੀਟਾਂ ਅਨਾਉਂਸ ਕਰਨੀਆਂ ਵੀ ਉਹ ਕਿਸੇ ਰਵਾਇਤੀ ਪਾਰਟੀ ਨਾਲ ਜੁੜੇ ਬੰਦੇ ਨੂੰ ਨਹੀਂ ਦੇਵਾਂਗੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਦਾਅਵਾ ਕੀਤਾ ਹੈ ਕਿ ਪਾਰਟੀ ਲਗਾਤਾਰ ਸੂਬੇ ਦੇ ਵਿਕਾਸ ਦੇ ਲਈ ਕੰਮ ਕਰ ਰਹੀ ਹੈ। ਸਰਕਾਰ ਪੂਰੀ ਵਚਨਬੱਧਤਾ ਦੇ ਨਾਲ ਵਿਕਾਸ ਕਾਰਜਾਂ ਨੂੰ ਅੱਗੇ ਵਧਾ ਰਹੀ ਹੈ। ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਹਿਸਾਰ ਤੋਂ ਦਿੱਲੀ ਤੱਕ ਰੇਲਵੇ ਲਾਈਨ ਦਾ ਕੰਮ ਵੀ ਸ਼ੁਰੂ ਕਰਵਾਇਆ ਜਾਵੇਗਾ। ਉਹਨਾਂ ਕਿਹਾ ਹੈ ਕਿ हिसार एयरपोर्ट तो लैके दिल्ली एयरपोर्ट तक कनेक्टिविटी भी की जाएगी। देखिए इंफ्रास्ट्रक्चर का जितना आगे महत्व बढ़ रहा है उसमें चाहे हमारा रेल इंफ्रास्ट्रक्चर हो चाहे रोड इंफ्रास्ट्रक्चर हो, उन सब के बारे में लगातार हम लोग प्रगति अपनी कर रहे हैं। तो आज जैसे रेलवे मंत्री जी के साथ बैठ कर के कुछ प्रोजेक्ट्स के ऊपर चर्चा हुई है, उसमें जैसा दिल्ली से हिसार तक की जो नई रेलवे लाइन बनाने की बात आई है उसमें एक नया सुझाव भी आया है जिसके ऊपर अब विचार करेगा डिपार्टमेंट कि उसको एक RRTS के आधार के ऊपर एलिवेटेड एक रेलवे लाइन ऐसी बनाई जाए ताकि फास्ट जो स्पीड की ट्रेन्स हैं वो उसमें संभव हो सकें। क्योंकि जैसे ही एयरपोर्ट हिसार का बनता है तो दिल्ली एयरपोर्ट के साथ जोड़ करके जितना फास्ट ट्रेन उस पर चलेगी उतना उसमें लाभ मिलेगा। इसी प्रकार जो डेडिकेटेड फ्रेट कॉरिडोर चाहे वो ईस्टर्न है चाहे वेस्टर्न है, दोनों ही हरियाणा में से होकर निकलते हैं, तो उसके लगभग 10 ऐसे नए रेलवे स्टेशन बनाए जा रहे हैं। उन 10 के 10 नए रेलवे स्टेशन के आसपास
कोई इंडस्ट्रियल एरिया कैसे उसमें बन सकता है, वहाँ रोड कनेक्टिविटी कैसे बढ़िया हो सकती है, उन चीज़ों के ऊपर उन्होंने विचार किया है। फिर रोहतक की जो एलिवेटेड रेलवे लाइन है उसके साथ नीचे जो खाली ज़मीन जहाँ पहले लाइन थी उसके ऊपर एक रोड बनाने की बात थी, वो सहमति बन गई है कि जल्दी परमिशन हमको मिल जाएगी और हरियाणा की ओर से हम उस रोड को बना करके ताकि रोहतक शहर का उसको लाभ उसका मिल सके। इसी प्रकार एलिवेटेड रेलवे लाइन कैथल की बननी है, कैथल का भी जल्दी डीपीआर बन करके हमको परमिशन यानी हो जाएगी, यानी रेलवे नहीं बनानी है, वो जल्दी उसको स्पीड कर देंगे रेलवे के, ताकि एलिवेटेड रेलवे लाइन कैथल की बन जाए, कुरुक्षेत्र की पहले बनी रही है। तो ऐसे जितने भी पुराने प्रोजेक्ट्स हैं उन सब के ऊपर विचार किया ताकि उनकी गति जो है वो तेज़ हो सके और रेलवे का जो ट्रैफिक है वो स्मूथ बने और ज़्यादा लाभ हरियाणा के लोगों को हो सके। ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਲਗਾਤਾਰ ਸਖਤੀ ਦੇ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਲਾਗੂ ਕਰਨ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਲੱਗਾ ਹੋਇਆ ਹੈ। ਪ੍ਰਸ਼ਾਸਨ ਵੱਲੋਂ ਨਿਰਪੱਖ ਅਤੇ ਨਿਡਰ ਚੋਣਾਂ ਕਰਵਾਉਣ ਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤੇ ਚੋਣ ਜ਼ਾਬਤਾ ਲਾਗੂ ਕਰਨ ਦੇ ਲਈ ਵੀ ਲਗਾਤਾਰ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਲੁਧਿਆਣਾ ਪ੍ਰਸ਼ਾਸਨ ਨੂੰ ਮਿਲੀ ਪਹਿਲੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਦੋਹਾਂ ਪਾਰਟੀਆਂ ਨੂੰ ਦਫ਼ਤਰ ਦੇ ਵਿੱਚ ਸੱਦਿਆ ਗਿਆ ਹੈ। इस मौके जानकारी दिंदियां एडीसी संदीप कुमार ने दस्सिया है कि कानून मुताबिक इस मामले दे विच कार्रवाई की जाएगी और प्रशासन पूरी तरह दे नाल सतर्क और मुस्तैद होकर चोण कमीशन के निर्देशों को लागू करवाउण दे विच डटिया होया है। इस बार जी कंप्लेंट्स जो रिसीव होना शुरू हो गई हैं, जैसे आपको पता ही है कि सैटरडे को 3:30 बजे मानयोग इलैक्शन कमीशन ऑफ इंडिया दी अनाउंसमेंट तो बाद मॉडल कोड ऑफ कंडक्ट हैज़ कम इनटू ऑपरेशन और उस तो बाद जो मेजर कंप्लेंट्स अभी रिसीव हुई हैं, जैसे कि पोस्टर किसी पार्टी के लगे हुए हैं विदाउट परमिशन, दैट वी हैव ऑलमोस्ट रिमूव्ड, बट यस क्योंकि छोटे छोटे पोस्टर हैं समटाइम्स हिडन रह जाते हैं, तो दैट टाइम इज देयर, दैट इज फिक्स्ड बाय द इलेक्शन कमीशन ऑफ इंडिया एंड in that timeline only we will remove all the posters. And if any of you will get any complaint, so you can also forward to us. People can go on the Series app also, they can complain there also. Moreover, there are also complaints that some political parties are distributing checks that we have received, and we are processing that complaint. As per ECI, whatever response we will get and whatever we will decide, we will forward it to the honorable इलेक्शन कमीशन। सर कौन सी पार्टी ने शिकायत की है, किसके खिलाफ अभी शिकायत आई है जो चेक कर ली है? There is no mentioned anywhere, but yes, that Gmail ID is there. PCL Ludhiana@gmail.com. We have received a complaint from that Gmail ID. So we have written to the Gmail ID, whoever person is holding that they should present their case to us. सर जैसे कि कोविड चल रहा है तो उसको लेके भी जो जितने, क्योंकि बहुत सारे उम्मीदवार होते हैं उनकी कंप्लेंट्स होती है, तो उनको उत्साहित किया जा रहा है कि ऑनलाइन ही या मेल का ज़्यादा से ज़्यादा इस्तेमाल किया जाए। हाँ जी, इलेक्शन कमीशन ऑफ इंडिया ने दिल्ली में डिटेल गाइडलाइंस जारी की है, कोविड डिटेल गाइडलाइन, हाउ टू गो अबाउट द इलेक्शन, द होल इलेक्शन प्रोसेस इन द कोविड। A separate 12 to 14 pages the guidelines है ये. It's also for the political parties, for us as a RO, for DO and for CO. For every concerning each and every aspect of the election, they have taken out the guidelines. We will follow those guidelines. ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਿਨ ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।